ਅਲੀਸ਼ਾ ਨਬੀ ਦੇ ਬਾਅਦ ਖੁਦਾ ਨੇ ਹੋਰ ਨਬੀ ਜਿਵੇਂ ਯਸਾਇਆ, ਯਰਮੀਆ ਅਤੇ ਆਮੂਸ ਨੂੰ ਬਰਪਾ ਕੀਤਾ, ਜਿਹੜੇ ਲੋਕਾਂ ਨੂੰ ਬੁੱਤਪ੍ਰਸਤੀ ਅਤੇ ਗੁਨਾਹ ਤੋਂ ਮੋੜ ਕੇ ਖੁਦਾਵੰਦ ਵੱਲ ਲੈ ਕੇ ਆਉਂਦੇ ਸੀ। ਖੁਦਾ ਨੇ ਇਹਨਾਂ ਨਬੀਆਂ ਰਾਹੀਂ ਕਲਾਮ ਕੀਤਾ ਅਤੇ ਇਹਨਾਂ ਨੂੰ ਆਉਣ ਵਾਲੀਆਂ ਗੱਲਾਂ ਦੇ ਬਾਰੇ ਵਿੱਚ ਸਾਰੀਆਂ ਪੇਸ਼ਗੋਈਆਂ ਲਿਖਣ ਲਈ ਇਸਤੇਮਾਲ ਕੀਤਾ। ਯਸਾਇਆ ਮੁਖਤਲਿਫ ਬਾਦਸ਼ਾਹਾਂ ਜਿਵੇਂ ਉਜ਼ੀਆ, ਯੋਤਾਮ, ਆਖਿਜ਼ ਅਤੇ ਹਿਜ਼ਕੀਆ ਦੇ ਦੌਰ ਵਿੱਚ ਨਬੀ ਸੀ। ਤਕਰੀਬਨ 700 ਤੋਂ 760 ਵਰ੍ਹੇ ਮਸੀਹ ਤੋਂ ਪਹਿਲਾਂ ਖੁਦਾ ਨੇ ਯਸਾਇਆ ਨਬੀ ਦੇ ਰਾਹੀਂ ਕਲਾਮ ਕੀਤਾ। ਮੈਂ ਮੁੰਡਿਆਂ ਨੂੰ ਪਾਲਿਆ ਤੇ ਪੋਸਿਆ, ਪਰ ਉਹਨਾਂ ਨੇ ਮੇਰੇ ਤੋਂ ਸਰਕਸ਼ੀ ਕੀਤੀ। ਬੈਲ ਆਪਣੇ ਮਾਲਕ ਨੂੰ ਪਛਾਣਦਾ ਹੈ, ਪਰ ਬਨੀ ਇਸਰਾਇਲ ਮੈਨੂੰ ਨਹੀਂ ਜਾਣਦੇ। ਤੁਸੀਂ ਬਦਕਰਦਾਰ ਲੋਕਾਂ ਨਾਲ ਲੱਦੀ ਹੋਈ ਕੌਮ, ਬਦਕਰਦਾਰਾਂ ਦੀ ਔਲਾਦ, ਜੇ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਦੂਰ ਤੇ ਮਜ਼ਲੂਮਾਂ ਦੀ ਮਦਦ ਕਰੋ, ਯਤੀਮਾਂ ਦੀ ਦੇਖਭਾਲ ਕਰੋ ਤੇ ਬੇਵਾ ਔਰਤਾਂ ਦੇ ਹਾਮੀ ਹੋ, ਮੈਂ ਤੁਹਾਨੂੰ ਬਹਾਲ ਕਰਾਂ ਤੇ ਸ਼ਿਫਾ ਦੇਵਾਂਗਾ। ਪਰ ਜੇ ਤੁਸੀਂ ਮੇਰੇ ਵੱਲ ਨਾ ਮੁੜੋਗੇ ਤੇ ਤੁਸੀਂ ਤਲਵਾਰ ਨਾਲ ਛੇਦੇ ਜਾਓਗੇ, ਤੁਹਾਡੀ ਸਾਰੀ ਜ਼ਮੀਨ ਉੱਜੜ ਜਾਵੇਗੀ ਤੇ ਤੁਹਾਡੇ ਸ਼ਹਿਰ ਅੱਗ ਨਾਲ ਸੜ ਜਾਵਣਗੇ ਤੇ ਉਹ ਤੁਹਾਡੇ ਸਾਰੇ ਪੁੱਤਰ ਬਾਬਲ ਨੂੰ ਲੈ ਜਾਵਣਗੇ ਤੇ ਉੱਥੇ ਉਹ ਬਾਦਸ਼ਾਹ ਦੇ ਮਹਿਲ ਵਿੱਚ ਖੁਸਰੇ ਬਣ ਕੇ ਖਿਦਮਤ ਕਰਨਗੇ। ਯਰਮੀਆ, ਯਸਾਇਆ, ਯੋਹਕੀਮ ਅਤੇ ਸਿਦਕੀਆ ਬਾਦਸ਼ਾਹ ਦੇ ਦੌਰੇ ਹਕੂਮਤ ਵਿੱਚ ਨਬੀ ਸੀ। ਤਕਰੀਬਨ 630 ਤੋਂ 590 ਵਰ੍ਹੇ ਮਸੀਹ ਤੋਂ ਪਹਿਲਾਂ ਉਸ ਨੇ ਆਖਿਆ, ਖੁਦਾਵੰਦ ਇੰਜ ਫਰਮਾਉਂਦਾ ਏ, ਵੇਖੋ ਮੈਂ ਤੁਹਾਨੂੰ ਜ਼ਿੰਦਗੀ ਦੀ ਰਾਹ ਤੇ ਮੌਤ ਦੀ ਰਾਹ ਵਿਖਾਉਂਦਾ ਹਾਂ। ਜਿਹੜਾ ਵੀ ਇਸ ਸ਼ਹਿਰ ਵਿੱਚ ਰਹੇਗਾ ਉਹ ਤਲਵਾਰ ਤੇ ਕਾਲ ਤੇ ਵਬਾ ਨਾਲ ਮਾਰਿਆ ਜਾਵੇਗਾ, ਪਰ ਜੋ ਨਿਕਲ ਕੇ ਕਸਦੀਆਂ ਵਿੱਚ ਜਿਹੜੇ ਤੁਹਾਨੂੰ ਘੇਰੇ ਹੋਏ ਨੇ ਟੁਰ ਜਾਵੇਗਾ। ਉਹ ਜਿਉਂਦਾ ਰਹੇਗਾ, ਪਰ ਉਹ ਬਾਬਲ ਵਿੱਚ ਗੁਲਾਮ ਬਣ ਕੇ ਰਹੇਗਾ, ਕਿਉਂ ਜੋ ਮੈਂ ਇਸ ਸ਼ਹਿਰ ਦਾ ਰੋਕ ਕੀਤਾ ਏ ਤਾਂ ਜੋ ਮੈਂ ਇਸ ਨਾਲ ਬੁਰਾਈ ਕਰਾਂ। ਖੁਦਾ ਫਰਮਾਂਦਾ ਏ, ਉਹ ਸ਼ਾਹ ਬਾਬਲ ਦੇ ਹਵਾਲੇ ਕੀਤਾ ਜਾਏਗਾ, ਉਹ ਉਹਨੂੰ ਅੱਗ ਨਾਲ ਸਾੜੇਗਾ। ਖੁਦਾ ਨੇ ਯਰਮੀਆ ਦੇ ਰਾਹੀਂ ਕਲਾਮ ਕੀਤਾ ਤੇ ਫਰਮਾਇਆ, ਤੇ ਮੈਂ ਆਪ ਹੀ ਆਪਣੇ ਵਧਾਏ ਹੋਏ ਹੱਥ ਨਾਲ ਤੇ ਕੁਵਤੇ ਬਾਜ਼ੂ ਨਾਲ ਤੁਹਾਡੇ ਖਿਲਾਫ ਲੜਾਂਗਾ। ਆਹੋ, ਕਹਿਰ ਤੇ ਗਜ਼ਬ ਨਾਲ, ਸਗੋਂ ਬੜੇ ਗੁੱਸੇ ਨਾਲ, ਤੇ ਮੈਂ ਇਸ ਸ਼ਹਿਰ ਦੇ ਲੋਕਾਂ ਨੂੰ, ਮਤਲਬ ਇਨਸਾਨ ਤੇ ਦਰਿੰਦੇ ਦੋਹਾਂ ਨੂੰ ਮਾਰਾਂਗਾ। ਉਹ ਬੜੀ ਵਬਾ ਨਾਲ ਫਨਾ ਹੋਣਗੇ। ਤੇ ਖੁਦਾਵੰਦ ਫਰਮਾਂਦਾ ਹੈ ਕਿ ਮੈਂ ਫੇਰ ਸ਼ਾਹ ਯਹੂਦਾ ਸਿਦਕੀਆ ਤੇ ਇਸ ਦੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ, ਜਿਹੜੇ ਇਸ ਸ਼ਹਿਰ 'ਚ ਵਬਾ ਤੇ ਤਲਵਾਰ ਤੇ ਕਾਲ ਤੋਂ ਬਚ ਜਾਣਗੇ, ਸ਼ਾਹ ਬਾਬਲ ਨਬੂਕਦ ਨਸਰ ਤੇ ਉਹਨਾਂ ਦੇ ਮੁਖਾਲਫਾਂ ਤੇ ਜਾਨੀ ਦੁਸ਼ਮਣਾਂ ਦੇ ਹਵਾਲੇ ਕਰਾਂਗਾ ਤੇ ਉਹ ਉਹਨਾਂ ਨੂੰ ਤਲਵਾਰ ਨਾਲ ਮਾਰ ਦੇਗਾ। ਨਾ ਉਹ ਉਹਨਾਂ ਨੂੰ ਛੱਡੇਗਾ ਤੇ ਨਾ ਹੀ ਉਹਨਾਂ ਤੇ ਤਰਸ ਖਾਵੇਗਾ ਤੇ ਨਾ ਹੀ ਰਹਿਮ ਕਰੇਗਾ। ਮੇਰਾ ਕਹਿਰ ਅੱਗ ਦੀ ਤਰ੍ਹਾਂ ਭੜਕੇਗਾ ਤੇ ਕੋਈ ਵੀ ਉਹਨੂੰ ਠੰਡਾ ਨਾ ਕਰੇਗਾ। ਉਹ ਤੁਹਾਨੂੰ ਗੁਲਾਮ ਬਣਾ ਕੇ ਬਾਬਲ ਨੂੰ ਲੈ ਜਾਵਣਗੇ ਤੇ ਤਲਵਾਰ ਨਾਲ ਮਾਰਨਗੇ। ਬੜੇ ਲੋਕੀ ਜਿਹੜੇ ਬਾਬਲ ਨੂੰ ਜਾਵਣਗੇ ਮਰ ਜਾਵਣਗੇ ਤੇ ਉੱਥੇ ਦਫਨ ਹੋਣਗੇ। ਆਮੂਸ, ਉਜ਼ੀਆ ਤੇ ਯਰਬਾਮ ਦੋਮ ਬਾਦਸ਼ਾਹ ਦੇ ਦੌਰੇ ਹਕੂਮਤ ਵਿੱਚ ਨਬੀ ਸੀ। ਖੁਦਾਵੰਦ ਨੇ ਆਮੂਸ ਨਬੀ ਦੇ ਜ਼ਰੀਏ ਕਲਾਮ ਕੀਤਾ। ਤਕਰੀਬਨ 765 ਤੋਂ 750 ਵਰ੍ਹੇ ਮਸੀਹ ਤੋਂ ਪਹਿਲਾਂ। ਤੁਹਾਡੀਆਂ ਔਰਤਾਂ ਗਾਵਾਂ ਦੀ ਤਰ੍ਹਾਂ ਨੇ, ਜਿਹੜੀਆਂ ਚਾਹੁੰਦੀਆਂ ਨੇ ਉਹਨਾਂ ਦੇ ਸ਼ੋਹਰ ਪੀ ਲਈ ਚੋਖਾ ਲੈ ਕੇ ਆਵਣ। ਤੁਸੀਂ ਹੁਣ ਹੋਰ ਆਪਣੇ ਖਾਨਦਾਨਾਂ ਨੂੰ ਨਹੀਂ ਦਬਾਓਗੀਆਂ। ਤੁਹਾਨੂੰ ਆਂਕੜੇ ਪਾ ਕੇ ਤੇ ਗੁਲਾਮ ਬਣਾ ਕੇ ਬਾਬਲ ਵੱਲ ਲਿਜਾਇਆ ਜਾਵੇਗਾ। ਤੁਸੀਂ ਮਹਿੰਗੇ ਫਰਨੀਚਰ ਤੇ ਲੰਬੇ ਪੈਂਦੇ ਤੇ ਚਰਬੀ ਨਾਲ ਭਰੇ ਹੋਏ ਸਵਾਦੀ ਖਾਣੇ ਖਾਂਦੇ ਹੋ। ਤੁਸੀਂ ਬਹੁਤੀ ਸ਼ਰਾਬ ਪੀ ਕੇ ਤੇ ਮੌਸੀਕੀ ਸੁਣਦੇ ਹੋ। ਤੁਸੀਂ ਰਾਸਤਬਾਜ਼ੀ ਨੂੰ ਜ਼ਮੀਨ ਤੇ ਸੁੱਟ ਦਿੱਤਾ ਹੈ। ਤੁਸੀਂ ਗਰੀਬਾਂ ਨੂੰ ਪੈਰਾਂ ਹੇਠਾਂ ਮਿੱਧ ਲਿਆ, ਰਾਸਤਬਾਜ਼ਾਂ ਤੇ ਜ਼ੁਲਮ ਕੀਤਾ ਤੇ ਰਿਸ਼ਵਤਾਂ ਲਈਆਂ ਨੇ ਤੇ ਗਰੀਬਾਂ ਨਾਲ ਨਾ ਇਨਸਾਫੀ ਕੀਤੀ ਏ। ਤੁਸੀਂ ਪਾਕਿਸਤਾਨ ਲਗਾਓਗੇ, ਪਰ ਤੁਹਾਡੇ ਦੁਸ਼ਮਣ ਉਹਦੀ ਸ਼ਰਾਬ ਪੀਣਗੇ। ਤੁਹਾਡੀ ਫੌਜ ਤਬਾਹ ਹੋ ਜਾਏਗੀ ਤੇ ਤੁਸੀਂ ਇੱਕ ਬਗਾਨੀ ਜ਼ਮੀਨ ਤੇ ਗੁਲਾਮ ਬਣ ਕੇ ਜਾਓਗੇ। ਖੁਦਾ ਫਰਮਾਂਦਾ ਹੈ, ਮੈਂ ਬੈਤਲ ਦੇ ਬਸਬਾ ਢਾਹ ਦੇਵਾਂਗਾ ਤੇ ਤੁਹਾਡੇ ਜ਼ਮਸਤਾਨੀ ਘਰਾਂ ਦੇ ਨਾਲ ਤੁਹਾਡੀ ਤਾਬਸਤਾਨੀ ਘਰਾਂ ਨੂੰ ਵੀ ਬਰਬਾਦ ਕਰ ਦਿਆਂਗਾ। ਤੁਸੀਂ ਗਰੀਬ ਉਤੇ ਜ਼ੁਲਮ ਕਰਦੇ, ਰਿਸ਼ਵਤ ਲੈਂਦੇ ਤੇ ਜ਼ਰੂਰਤਮੰਦਾਂ ਨੂੰ ਪੀਂਦੇ ਹੋ। ਮੈਂ ਬਾਰਿਸ਼ ਰੋਕ ਲਈ, ਕਾਲ ਤੇ ਵਬਾ ਕੱਲੀ, ਪਰ ਤੁਸੀਂ ਫੇਰ ਵੀ ਤੋਬਾ ਨਾ ਕੀਤੀ। ਤੁਸੀਂ ਹੋਰ ਸ਼ਰਾਬ ਬਣਾਉਣ ਲਈ ਪਾਕਿਸਤਾਨ ਲਾਏ ਨੇ, ਪਰ ਤੁਸੀਂ ਉਹਨਾਂ ਵਿੱਚੋਂ ਕੁਝ ਵੀ ਨਾ ਪੀਓਗੇ। ਅੰਮੀ, ਮੈਂ ਭੁੱਖੀ ਆ। ਹੋਸਿਆ,
ਉਜ਼ੀਆ, ਹਿਜ਼ਕੀਆ, ਯਤਾਮ ਤੇ ਆਖਸ ਦੇ ਦੌਰ ਵਿੱਚ ਨਬੀ ਸੀ। ਤਕਰੀਬਨ 785 ਤੋਂ 725 ਵਰੇ ਮਸੀਹ ਤੋਂ ਪਹਿਲਾਂ ਉਹਨੇ ਪੇਸ਼ਨਗੋਈ ਕੀਤੀ। ਇਸਰਾਈਲ ਤਲਵਾਰ ਨਾਲ ਫਨਾਹ ਹੋ ਜਾਵੇਗਾ, ਉਹਦੇ ਬੱਚੇ ਜ਼ਮੀਨ ਤੇ ਪਾਰਾ ਹੋ ਜਾਵਣਗੇ ਤੇ ਹਾਮਲਾ ਔਰਤਾਂ ਦੇ ਢਿੱਡ ਪਾੜ ਦਿੱਤੇ ਜਾਵਣਗੇ। ਉਹ ਦਿਹਾੜਾ ਆਵੇਗਾ ਜਦੋਂ ਖੁਦਾ ਉਹਦੇ ਗੁਨਾਹ ਮਾਫ ਕਰੇਗਾ ਤੇ ਇਸਰਾਈਲ ਨਾਲ ਕੁਸ਼ਾਦਾ ਦਿਲ ਨਾਲ ਮੁਹੱਬਤ ਰੱਖੇਗਾ। ਇਸਰਾਈਲ ਇੱਕ ਵਾਰੀ ਫੇਰ ਸੋਸਨ ਦੀ ਤਰ੍ਹਾਂ ਖਿਲੇਗਾ। ਉਹ ਜ਼ੈਤੂਨ ਦੇ ਦਰਖਤ ਵਾਂਗੂ ਵਧੇਗਾ ਤੇ ਲਬਨਾਨ ਦੇ ਦਿਓਦਾਰ ਦੀ ਤਰ੍ਹਾਂ ਉਹਦੀ ਖੁਸ਼ਬੂ ਹੋਵੇਗੀ। ਬਾਬਲ ਦੇ ਬਾਅਦ ਆਉਣ ਵਾਲੇ ਵਰਿਆਂ ਵਿੱਚ ਤੁਸੀਂ ਕੌਮਾਂ ਦੇ ਵਿਚਕਾਰ ਤਿੱਤਰ ਬਿੱਤਰ ਹੋ ਜਾਵੋਗੇ ਤੇ ਉੱਥੇ ਉਹ ਤੁਹਾਡੇ ਤੇ ਜ਼ੁਲਮ ਕਰਨਗੇ, ਤੁਹਾਡੀ ਜਾਇਦਾਦ ਲੈ ਲੈਣਗੇ ਤੇ ਤੁਹਾਨੂੰ ਆਰਾਮ ਕਰਨ ਲਈ ਕੋਈ ਥਾਂ ਨਾ ਲੱਭੇਗੀ। ਇਹ ਸਾਡਾ ਸਭ ਕੁਝ ਲੈ ਰਹੇ ਨੇ, ਇਹ ਸਾਨੂੰ ਕੱਲਾ ਕਿਉਂ ਨਹੀਂ ਛੱਡ ਦਿੰਦੇ? ਇਹਦੇ ਚੰਗੇ ਮੁੱਲ ਮਿਲਣੇ ਚਾਹੀਦੇ ਨੇ। ਮੈਨੂੰ ਯਹੂਦੀਆਂ ਨੂੰ ਜਾਂਦੇ ਹੋਏ ਵੇਖ ਕੇ ਡਾਢਾ ਗੁੱਸਾ ਆ ਰਿਹਾ ਏ। ਇਹਨਾਂ ਦੀ ਵਜ੍ਹਾ ਤੋਂ ਸਾਡਾ ਕਾਰੋਬਾਰ ਕਾਫੀ ਚਮਕਿਆ ਏ। ਅੰਮਾ, ਅਸੀਂ ਰਹਿਣ ਲਈ ਕਿੱਥੇ ਜਾ ਰਹੇ ਹਾਂ? ਇਸ ਫਰਮਾਨ ਮੁਤਾਬਕ ਸਾਰੇ ਯਹੂਦੀ 3 ਦਿਹਾੜੀਆਂ ਦੇ ਅੰਦਰ ਇਸ ਮੁਲਕੋਂ ਨਿਕਲ ਜਾਣ। ਇਸ ਫਰਮਾਨ ਦੇ ਮੁਤਾਬਕ ਸਾਰੇ ਯਹੂਦੀਆਂ ਨੇ ਇਹ ਮੁਲਕ ਛੱਡਣਾ ਏ ਤੇ ਤੁਸੀਂ ਆਪਣੇ ਨਾਲ ਕੋਈ ਵੀ ਮਾਲ ਨਹੀਂ ਲਿਜਾ ਸਕਦੇ। ਮੈਨੂੰ ਹਮੇਸ਼ਾ ਤੋਂ ਇਹ ਗਾਂ ਚਾਹੀਦੀ ਸੀ। ਕਿਉਂ ਜੋ ਬਣੀ ਇਸਰਾਈਲ ਨੇ ਖੁਦਾ ਦੇ ਕਲਾਮ ਨੂੰ ਰੱਦ ਕੀਤਾ ਹੈ, ਇਸ ਲਈ ਉਹ ਜ਼ਮੀਨ ਦੀਆਂ ਸਾਰੀਆਂ ਕੌਮਾਂ ਵਿੱਚ ਖਿਲਰ ਜਾਵਣਗੇ। ਪਰ ਉਹਨਾਂ ਨੂੰ ਉਸ ਵੇਲੇ ਤੀਕਰ ਆਰਾਮ ਨਹੀਂ ਆਵੇਗਾ ਜਦੋਂ ਤੀਕਰ ਖੁਦਾਵੰਦ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਦੀ ਜ਼ਮੀਨ ਤੀਕਰ ਵਾਪਸ ਨਾ ਕਰ ਦੇਵੇ। ਇਸਰਾਈਲ ਦੀ ਸਾਰੀ ਜ਼ਮੀਨ ਸੁਨਸਾਨ ਹੋ ਜਾਵੇਗੀ ਤੇ ਤੁਸੀਂ ਬਾਬਲ ਦੇ ਬਾਦਸ਼ਾਹ ਦੀ 70 ਵਰਿਆਂ ਤੀਕਰ ਖਿਦਮਤ ਕਰੋਗੇ। ਪਰ 70 ਵਰਿਆਂ ਬਾਅਦ ਮੈਂ ਬਾਬਲ ਨੂੰ ਉਹਨਾਂ ਦੀ ਸ਼ਰਾਰਤ ਦੀ ਸਜ਼ਾ ਦੇਵਾਂਗਾ ਤੇ ਬਾਕੀ ਬਚੇ ਹੋਏ ਲੋਕਾਂ ਨੂੰ ਇਸ ਜ਼ਮੀਨ ਤੇ ਵਾਪਸ ਲਿਆਵਾਂਗਾ ਤਾਂ ਜੇ ਉਹ ਉਹਨੂੰ ਫਿਰ ਤਮੀਰ ਕਰਨ। ਯਰੂਸ਼ਲਮ ਇਸ ਹੱਦ ਤੱਕ ਫਰਾਮੋਸ਼ ਕਰ ਦਿੱਤਾ ਜਾਵੇਗਾ ਕਿ ਉਹ ਬਿਲਕੁਲ ਖੇਤ ਵਾਂਗੂ ਜੋਇਆ ਜਾਵੇਗਾ। ਇਹ ਪੇਸ਼ਨਗੋਈ ਪੂਰੀ ਹੋਈ। ਦੁਸ਼ਮਣਾਂ ਨੇ ਸੱਚੀ ਮੁੱਚੀ ਯਰੂਸ਼ਲਮ ਨੂੰ ਜੋਤ ਕੇ ਰੱਖ ਦਿੱਤਾ, ਪਰ ਆਖਰੀ ਦਿਨਾਂ ਵਿੱਚ ਹੈਕਲ ਫਿਰ ਤਾਮੀਰ ਕੀਤੀ ਜਾਵੇਗੀ ਤੇ ਇਹਦੇ ਵਿੱਚ ਲੋਕੀ ਜੋਕ ਦਰ ਜੋਕ ਆਵਣਗੇ। ਮਕਾਇਆ ਨਬੀ ਜਿਹੜਾ 750 ਤੋਂ 686 ਵਰੇ ਮਸੀਹ ਤੋਂ ਪਹਿਲਾਂ ਤੀਕਰ ਜਿਉਂਦਾ ਰਿਹਾ, ਉਹਨੇ ਇਹ ਪੇਸ਼ਨਗੋਈ ਕੀਤੀ। ਤੇ ਫਿਰ ਬੜੀਆਂ ਕੌਮਾਂ ਆਖਣਗੀਆਂ ਕਿ ਆਓ ਖੁਦਾਵੰਦ ਦੇ ਪਹਾੜ ਤੇ ਚੜੀਏ ਤੇ ਯਾਕੂਬ ਦੇ ਖੁਦਾ ਦੇ ਘਰ ਵਿੱਚ ਦਾਖਲ ਹੋਈਏ ਤੇ ਉਹ ਸਾਨੂੰ ਆਪਣੀ ਰਾਹਾਂ ਦੀ ਤਾਲੀਮ ਦੇਗਾ ਤੇ ਅਸੀਂ ਉਹਦੇ ਰਾਸਤਿਆਂ ਤੇ ਟੁਰਾਂਗੇ, ਕਿਉਂ ਜੋ ਸ਼ਰੀਅਤ ਸਹੂਨ ਤੋਂ ਤੇ ਖੁਦਾ ਦਾ ਕਲਾਮ ਯਰੂਸ਼ਲਮ ਤੋਂ ਸਾਦਰ ਹੋਵੇਗਾ ਤੇ ਉਹ ਬੜੀਆਂ ਉਮਤਾਂ ਦੇ ਦਰਮਿਆਨ ਅਦਾਲਤ ਕਰੇਗਾ ਤੇ ਦੂਰ ਦੀਆਂ ਤਾਕਤਵਰ ਕੌਮਾਂ ਨੂੰ ਡਾਂਟੇਗਾ ਤੇ ਉਹ ਆਪਣੀਆਂ ਤਲਵਾਰਾਂ ਨੂੰ ਤੋੜ ਕੇ ਭਾਲੇ ਤੇ ਬਾਲੀਆਂ ਨੂੰ ਤੋੜ ਕੇ ਹੰਸੂਏ ਬਣਾ ਦੇਵਣਗੇ ਤੇ ਕੌਮ ਤਲਵਾਰ ਨਾ ਚਲਾਵੇਗੀ ਤੇ ਫਿਰ ਉਹ ਕਦੀ ਵੀ ਜੰਗ ਕਰ ਨਾ ਸਕਣਗੇ। ਤਦ ਹਰ ਬੰਦਾ ਆਪਣੀ ਤਾਕ ਤੇ ਆਪਣੇ ਅੰਜੀਰ ਦੇ ਦਰਖਤ ਥੱਲੇ ਬੈਠੇਗਾ ਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ, ਇਸ ਲਈ ਕਿ ਪਰਮੇਸ਼ਵਰ ਨੇ ਆਪਣੇ ਮੂੰਹੋਂ ਇਹ ਫਰਮਾਇਆ ਹੈ ਤੇ ਅਸੀਂ ਆਪਣੇ ਖੁਦਾਵੰਦ ਦੇ ਨਾਮ ਵਿੱਚ ਹਮੇਸ਼ਾ ਲਈ ਟੁਰਾਂਗੇ। ਖੁਦਾਵੰਦ ਨੇ ਫਰਮਾਇਆ, ਉਸ ਦਿਹਾੜੇ ਮੈਂ ਉਸ ਨੂੰ ਜਿਹਨੂੰ ਹਾਂਕ ਦਿੱਤਾ ਗਿਆ ਸੀ ਇਕੱਠਾ ਕਰਾਂਗਾ ਤੇ ਮੈਂ ਉਹਨੂੰ ਜ਼ੋਰਾਵਰ ਕੌਮ ਬਣਾਵਾਂਗਾ ਤੇ ਖੁਦਾਵੰਦ ਸਹੂਨ ਦੇ ਪਹਾੜ ਤੋਂ ਹਮੇਸ਼ਾ ਲਈ ਉਹਨਾਂ ਤੇ ਰਾਜ ਕਰੇਗਾ। ਯਰਮੀਆ ਨੇ ਪੇਸ਼ਨਗੋਈ ਕੀਤੀ। ਸਦੀਕਿਆ ਬਾਦਸ਼ਾਹ ਨੇ ਖੁਦਾਵੰਦ ਦੀ ਨਜ਼ਰ ਵਿੱਚ ਬੜਾ ਗੁਨਾਹ ਕੀਤਾ ਹੈ। ਉਹ ਮਾਰਿਆ ਨਹੀਂ ਜਾਵੇਗਾ, ਉਹ ਬਾਬਲ ਨੂੰ ਜਾਵੇਗਾ ਜਿੱਥੇ ਉਹ ਆਪਣੀ ਬਾਕੀ ਉਮਰ ਆਪਣੇ ਲੋਕਾਂ ਨਾਲ ਗੁਜ਼ਾਰੇਗਾ, ਪਰ ਉਹ ਆਪਣੀਆਂ ਅੱਖਾਂ ਤੋਂ ਬਾਬਲ ਨੂੰ ਕਦੇ ਵੀ ਨਾ ਵੇਖੇਗਾ। ਉਹ ਅੰਨਾ ਹੋ ਜਾਵੇਗਾ ਤੇ ਤੁਸੀਂ ਬਾਬਲ ਵਿੱਚ 70 ਵਰਿਆਂ ਤੀਕਰ ਰਹੋਗੇ। 70 ਵਰਿਆਂ ਦੇ ਅਖੀਰ ਤੇ ਸ਼ਮਾਲ ਤੋਂ ਇੱਕ ਫੌਜ ਬਾਬਲ ਤੇ ਹਮਲਾ ਕਰਕੇ ਉਹਨੂੰ ਫਤਹ ਕਰੇਗੀ ਤੇ ਸਾਡੇ ਲੋਕਾਂ ਦਾ ਇੱਕ ਬਾਕੀ ਇਸ ਜ਼ਮੀਨ ਤੇ ਵਾਪਸ ਆਵੇਗਾ ਤਾਂ ਜੇ ਇਸ ਸ਼ਹਿਰ ਤੇ ਹੈਕਲ ਨੂੰ ਫਿਰ ਤਮੀਰ ਕਰੇ। ਅਦਾਲਤ ਦੇ ਵੇਲੇ ਦੇ ਬਾਅਦ ਖੁਦਾਵੰਦ ਉਹਨਾਂ ਦੇ ਗੁਨਾਹ ਬਖਸ਼ ਦੇਗਾ ਤੇ ਯਰੂਸ਼ਲਮ ਆਉਣ ਵਾਲੀਆਂ ਸਾਰੀਆਂ ਨਸਲਾਂ ਤੀਕਰ ਵਸਦਾ ਰਹੇਗਾ। ਇਸ ਕਿਤਾਬ ਨੂੰ ਆਪਣੇ ਨਾਲ ਬਾਬਲ ਨੂੰ ਲੈ ਜਾਓ ਤੇ ਇਹਨੂੰ ਉੱਥੇ ਲੋਕਾਂ ਅੱਗੇ ਪੜ੍ਹਨਾ। ਉਹਨਾਂ ਨੂੰ ਜਾਣਨ ਦਿਓ ਕਿ ਵਾਪਸ ਆਉਣ ਤੋਂ ਪਹਿਲਾਂ ਉਹਨਾਂ ਨੂੰ ਕੀ ਬਰਦਾਸ਼ਤ ਕਰਨਾ ਹੈ। ਮੈਂ ਦਾਊਦ ਦੇ ਤਖਤ ਨੂੰ ਬਹਾਲ ਕਰਾਂਗਾ
ਤੇ ਤੁਸੀਂ ਵਾਪਸ ਆਓਗੇ ਤੇ ਆਪਣੀ ਜ਼ਮੀਨ ਦੁਬਾਰਾ ਹਾਸਲ ਕਰੋਗੇ। ਹਿਜ਼ਕੀਅਲ ਨੇ ਪੇਸ਼ਨਗੋਈ ਕੀਤੀ। ਉਹ ਕੌਮਾਂ ਵਿੱਚ ਖਿਲਰ ਜਾਵਣਗੇ, ਪਰ ਜਿਵੇਂ ਖੁਦਾਵੰ ਨੇ ਉਹਨਾਂ ਨੂੰ ਤਿੱਤਰ ਬਿੱਤਰ ਕੀਤਾ, ਇਸੇ ਤਰ੍ਹਾਂ ਹੀ ਉਹ ਉਹਨਾਂ ਨੂੰ ਅਖੀਰ ਇਸ ਜ਼ਮੀਨ ਤੇ ਵਾਪਸ ਲੈ ਕੇ ਆਵੇਗਾ। ਖੁਦਾਵੰ ਦਾ ਇਬਰਾਹਿਮ ਨਾਲ ਵਾਅਦਾ ਸੀ ਕਿ ਉਹਦੀ ਔਲਾਦ ਉਸ ਜ਼ਮੀਨ ਦੀ ਵਾਰਿਸ ਹੋਏਗੀ ਤੇ ਉਹ ਆਪਣਾ ਅਹਿਦ ਨਹੀਂ ਤੋੜੇਗਾ। ਜਦੋਂ ਲੋਕੀ ਗੁਨਾਹ ਕਰਨਗੇ ਤੇ ਖੁਦਾਵੰ ਉਹਨਾਂ ਨੂੰ ਕੌਮਾਂ ਦੀ ਅਸੀਰੀ ਵਿੱਚ ਘੱਲ ਦੇਗਾ, ਜਿੱਥੇ ਉਹ ਗੈਰ ਮਬੂਦਾ ਦੀ ਇਬਾਦਤ ਕਰਨਗੇ, ਪਰ ਅਖੀਰ ਵਿੱਚ ਖੁਦਾਵੰ ਉਹਨਾਂ ਨੂੰ ਵਾਪਸ ਲੈ ਕੇ ਆਵੇਗਾ। ਮਿਸਰ ਦੀ ਅਦਾਲਤ ਕਰੇਗਾ ਤੇ 40 ਵਰਿਆਂ ਤੀਕਰ ਮਿਸਰ ਉਜਾੜ ਰਹੇਗਾ। ਬਾਬਲ ਤੋਂ ਆਉਣ ਤੋਂ ਬਾਅਦ ਮਿਸਰ ਕਦੀ ਵੀ ਇਸ ਕਦਰ ਅਜ਼ੀਮ ਨਹੀਂ ਰਹੇਗਾ ਜਿਵੇਂ ਉਹ ਪਹਿਲੇ ਦਿਨਾਂ ਵਿੱਚ ਸੀ, ਪਰ ਉਹ ਅਖੀਰ ਤੀਕਰ ਬਰਦਾਸ਼ਤ ਕਰੇਗਾ। ਤੇ ਬਾਅਦ ਦੇ ਦਿਹਾੜਿਆਂ ਵਿੱਚ ਮਿਸਰ ਤੇ ਸੋਰ ਮੇਰੇ ਲੋਕਾਂ ਯਾਨੀ ਬਨੀ ਇਸਰਾਈਲ ਨਾਲ 3 ਤਰਫਾ ਮੁਆਹਦੇ ਵਿੱਚ ਸ਼ਰੀਕ ਹੋਣਗੇ ਤੇ ਮੈਂ ਉਹਨਾਂ ਨੂੰ ਬਰਕਤ ਦੇਵਾਂਗਾ। ਫਲਸਤੀਨੀ ਤਬਾਹ ਹੋ ਜਾਵਣਗੇ ਤੇ ਬਾਕੀ ਨਾ ਬਚਣਗੇ। ਇਸੇ ਤਰ੍ਹਾਂ ਅਸ਼ਦੂਦ, ਅਕਰੂਮ ਤੇ ਅਮੂਨ ਵੀ ਬਾਕੀ ਨਾ ਬਚਣਗੇ। ਅਦੂਮ ਮੁਕੰਮਲ ਤੌਰ ਤੇ ਵੀਰਾਨ ਹੋ ਜਾਏਗਾ, ਸੂਰ ਬਰਬਾਦ ਹੋ ਜਾਏਗਾ ਤੇ ਉਹਦੇ ਸਾਰੇ ਪੱਥਰ ਤੇ ਲੱਕੜਾਂ ਸਮੁੰਦਰ ਵਿੱਚ ਸੁੱਟ ਦਿੱਤੀਆਂ ਜਾਣਗੀਆਂ। ਇਹ ਫੇਰ ਕਦੀ ਵੀ ਆਬਾਦ ਨਾ ਹੋਏਗਾ ਤੇ ਇਹਦੀ ਜ਼ਮੀਨ ਚਟਾਨ ਦੀ ਤਰ੍ਹਾਂ ਪੱਧਰੀ ਹੋਵੇਗੀ। ਇਹ ਮਾਹੀਗੀਰਾਂ ਲਈ ਜਾਲ ਫਲਾਉਣ ਦੀ ਥਾਂ ਹੋਏਗੀ। ਪਰ ਫਾਰਸ, ਤੁਰਕੀ ਤੇ ਇਥੋਪੀਆ ਤੇ ਲੀਬੀਆ ਅਖੀਰ ਤੱਕ ਬਾਕੀ ਰਹਿਣਗੇ ਤੇ ਉਸ ਵੇਲੇ ਉਹ ਇਸਰਾਇਲ ਦੀ ਜ਼ਮੀਨ ਤੇ ਚੜ੍ਹਾਈ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਉਹ ਇਸਰਾਇਲ ਦੇ ਪਹਾੜਾਂ ਤੇ ਮਰ ਜਾਣਗੇ। ਬਾਈਬਲ ਹਮੇਸ਼ਾ ਤੋਂ ਹੀ ਬੜੀਆਂ ਪੇਸ਼ਨਗੋਈਆਂ ਵਿੱਚ ਮੁਕੰਮਲ ਤੌਰ ਤੇ ਦਰੁਸਤ ਸਾਬਤ ਹੋਈ ਹੈ। ਜਿਨ੍ਹਾਂ ਸ਼ਹਿਰਾਂ ਤੇ ਕੌਮਾਂ ਦੇ ਬਾਰੇ ਖਤਮ ਹੋਣ ਤੇ ਜ਼ਿੰਦਾ ਰਹਿਣ ਲਈ ਪੇਸ਼ਨਗੋਈਆਂ ਹੋਈਆਂ ਸੀ, ਬਿਲਕੁਲ ਉਸੇ ਤਰ੍ਹਾਂ ਹੀ ਹੋਇਆ। ਉਹ ਕੌਮਾਂ ਜਿਨ੍ਹਾਂ ਨੇ ਅਖੀਰ ਤੀਕਰ ਬਰਦਾਸ਼ਤ ਕਰਨਾ ਸੀ, ਅੱਜ ਵੀ ਸਾਡੇ ਵਿਚਾਲੇ ਮੌਜੂਦ ਨੇ। 605 ਮਸੀਹ ਤੋਂ ਪਹਿਲਾਂ ਬਾਬਲ ਨੇ ਇਸਰਾਇਲ ਨੂੰ ਫਤਹ ਕਰ ਲਿਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਨਬੀਆਂ ਨੇ ਪੇਸ਼ਨਗੋਈਆਂ ਕੀਤੀਆਂ ਸਨ। 5000 ਤੋਂ ਜ਼ਿਆਦਾ ਯਹੂਦੀ ਜੰਗੀ ਕੈਦੀ ਬਣਾ ਕੇ ਬਾਬਲ ਨੂੰ ਪਹੁੰਚਾਏ ਗਏ। ਉਹ ਜਵਾਨ ਤੇ ਪੜ੍ਹੇ ਲਿਖੇ ਲੋਕਾਂ ਨੂੰ ਲੈ ਕੇ ਆਏ। ਉਹਨਾਂ ਨੂੰ ਉਮੀਦ ਸੀ ਕਿ ਇਹ ਸਲਤਨਤ ਦੀ ਖਿਦਮਤ ਲਈ ਕਾਰਆਮਦ ਸਾਬਤ ਹੋਣਗੇ। ਇਹਨਾਂ ਵਿੱਚੋਂ ਇੱਕ ਜਵਾਨ ਬੰਦਾ ਜਿਹਦਾ ਨਾਂ ਦਾਨੀਅਲ ਸੀ ਆਇਆ। ਉਹਨੇ ਹਮੇਸ਼ਾ ਸ਼ਰੀਅਤ ਦੇ ਹੁਕਮਾਂ ਦਾ ਖਿਆਲ ਰੱਖਿਆ ਤੇ ਇਬਰਾਹਿਮ ਦੇ ਖੁਦਾ ਦੀ ਫਰਮਾਬਰਦਾਰੀ ਵਿੱਚ ਤੁਰਦਾ ਰਿਹਾ। ਐ ਖੁਦਾਇਆ, ਸਾਨੂੰ ਸਾਡੇ ਬਜ਼ੁਰਗਾਂ ਦੇ ਗੁਨਾਹਾਂ ਦੀ ਸਜ਼ਾ ਮਿਲੀ ਹੈ। ਇਸ ਗੈਰ ਜ਼ਮੀਨ ਤੇ ਆਪਣੀ ਸ਼ਰੀਅਤ ਨੂੰ ਮੰਨਣ ਲਈ ਸਾਡੀ ਮਦਦ ਕਰ। ਦਾਨੀਅਲ ਬਗਾਨੀ ਜ਼ਮੀਨ ਤੇ ਇੱਕ ਕੈਦੀ ਸੀ, ਪਰ ਉਹਨੇ ਆਪਣੇ ਖੁਦਾ ਨਾਲ ਵਫਾਦਾਰ ਰਹਿਣ ਦਾ ਫੈਸਲਾ ਕੀਤਾ। ਉਹਨੂੰ ਫੜਨ ਵਾਲੇ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਦੇ ਵਿੱਚ ਇੱਕ ਨੇਕ ਰੂਹ ਹੈ, ਇਸ ਲਈ ਉਹਨਾਂ ਨੇ ਉਹਨੂੰ ਬਾਬਲ ਦੇ ਅਕਲਮੰਦ ਆਦਮੀਆਂ ਵਿੱਚ ਇੱਕ ਖਾਸ ਮੁਕਾਮ ਤੇ ਰੱਖਿਆ। ਐ ਆਸਮਾਨ ਤੇ ਜ਼ਮੀਨ ਦੇ ਖੁਦਾ, ਕਾਇਨਾਤ ਦੇ ਬਾਦਸ਼ਾਹ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਕਿ ਤੂੰ ਸਾਨੂੰ ਜ਼ਮੀਨ ਤੇ ਰੋਟੀ ਦਿੱਤੀ। ਬਾਬਲ ਦਾ ਬਾਦਸ਼ਾਹ ਨਬੂਕਦਨਜ਼ਰ ਇੱਕ ਗੈਰ ਮਾਮੂਲੀ ਖਾਬ ਤੋਂ ਜਾਗ ਗਿਆ। ਇਹਦਾ ਕੀ ਮਤਲਬ ਹੈ? ਪੱਕੀ ਗੱਲ ਹੈ, ਇਹ ਖੁਆਬ ਦੇਵਤਾ ਵੱਲੋਂ ਮੁਸਤਕਬਿਲ ਨੂੰ ਜ਼ਾਹਰ ਕਰਨ ਲਈ ਵਿਖਾਇਆ ਗਿਆ ਹੈ। ਤੁਸੀਂ ਸਾਰੇ ਅਕਲਮੰਦ ਬੰਦੇ ਹੋ। ਤੁਹਾਡਾ ਦਾਅਵਾ ਹੈ ਕਿ ਦੇਵਤਾ ਤੁਹਾਨੂੰ ਗੱਲਾਂ ਦੱਸਦੇ ਨੇ। ਹੁਣ ਮੈਨੂੰ ਦੱਸੋ ਕਿ ਮੈਂ ਕੀ ਖੁਆਬ ਵੇਖਿਆ ਹੈ ਤੇ ਉਹਦਾ ਮਤਲਬ ਕੀ ਹੈ। ਪਰ ਅਸੀਂ ਤੁਹਾਨੂੰ ਕਿਵੇਂ ਖੁਆਬ ਦਾ ਮਤਲਬ ਦੱਸ ਸਕਦੇ ਹਾਂ ਜਦੋਂ ਤੱਕ ਤੁਸੀਂ ਸਾਨੂੰ ਖੁਆਬ ਹੀ ਨਹੀਂ ਦੱਸੋਗੇ? ਦੇਵਤਾਵਾਂ ਦੇ ਸਿਵਾ ਹੋਰ ਕੋਈ ਨਹੀਂ ਕਰ ਸਕਦਾ। ਮੈਨੂੰ ਪਤਾ ਸੀ ਕਿ ਤੁਸੀਂ ਸਾਰੇ ਧੋਖੇਬਾਜ਼ ਹੋ। ਦੇਵਤਾ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ। ਤੁਸੀਂ ਸਾਰੇ ਆਪਣੇ ਖਾਨਦਾਨ ਸਮੇਤ ਕਤਲ ਕੀਤੇ ਜਾਓਗੇ ਤੇ ਤੁਹਾਡੇ ਘਰ ਗੋਹੇ ਦੇ ਢੇਰ ਬਣ ਜਾਵਣਗੇ। ਦਾਨੀਅਲ, ਮੈਨੂੰ ਅਫਸੋਸ ਹੈ ਕਿ ਕੱਲ ਸਵੇਰੇ ਤੂੰ ਤੇ ਬਾਬਲ ਦੇ ਸਾਰੇ ਅਕਲਮੰਦ ਆਦਮੀ ਕਤਲ ਕਰ ਦਿੱਤੇ ਜਾਵਣਗੇ। ਬਾਦਸ਼ਾਹ ਆਪਣੇ ਪੁਜਾਰੀਆਂ ਤੇ ਯਕੀਨ ਨਹੀਂ ਕਰਦਾ ਹੈ। ਪਰ ਯਹੋਵਾ ਖੁਦਾਵੰਦ ਬਾਦਸ਼ਾਹ ਦਾ ਖੁਆਬ ਤੇ ਉਹਦਾ ਮਤਲਬ ਜ਼ਾਹਿਰ ਕਰ ਸਕਦਾ ਹੈ। ਮੈਨੂੰ ਦੁਆ ਲਈ ਕਿਸੇ ਥਾਂ ਤੇ ਇਕੱਲੇ ਜਾਣਾ ਹੋਵੇਗਾ। ਉਹਨੂੰ ਇੱਕ ਦਿਨ ਲਈ ਇੰਤਜ਼ਾਰ ਕਰਨ ਦੀ ਬੇਨਤੀ ਕਰੋ। ਖੁਦਾਵੰਦ, ਤੂੰ ਹੀ ਇਕੱਲਾ ਖੁਦਾ ਤੇ ਸਾਰੀ ਕਾਇਨਾਤ ਦਾ ਬਾਦਸ਼ਾਹ ਹੈ। ਮਿਹਰਬਾਨੀ ਨਾਲ ਆਪਣੇ ਖਾਦਮ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਹੋਵਣ ਵਾਲੀਆਂ ਨੇ। ਤੇਰੇ ਜਿਹਾ ਕੋਈ ਹੋਰ ਖੁਦਾ ਨਹੀਂ। ਦਾਨੀਅਲ, ਮੇਰੀ ਗੱਲ ਸੁਣ। ਛੇਤੀ ਮੈਨੂੰ ਬਾਦਸ਼ਾਹ ਕੋਲ ਲੈ ਜਾਓ। ਅਗਰ ਤੂੰ ਬਾਦਸ਼ਾਹ ਨੂੰ ਦਾ ਖੁਆਬ ਨਾ ਦੱਸ ਸਕਿਆ ਤੇ ਉਹ ਮੈਨੂੰ ਵੀ ਵੇਲੇ ਤੇ ਹੀ ਮਰਵਾ ਦੇਗਾ। ਐ ਬਾਦਸ਼ਾਹ,
ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਕਿਉਂ ਜੋ ਆਸਮਾਨ ਦੇ ਖੁਦਾ ਨੇ ਤੈਨੂੰ ਇਸ ਲਈ ਬਣਾਇਆ ਹੈ। ਉਹਨੇ ਤੈਨੂੰ ਰੂਇਆ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। मेरा वक्त ना बर्बाद कर। ਕੀ ਤੂੰ ਮੇਰੇ ख्वाब ਦੀ ਤਬੀਰ ਕਰ ਸਕਣਾ ਹੈ ਕਿ ਨਹੀਂ? सच्चे परमेश्वर कायनात दे खालिक व मालिक ने तेरे ख्वाब ते इस दी ताबीर तेरे खादिम ते जाहिर कीती है। ऐ बादशाह तू एक वड्डी मूरत नूं रूया विच वेख्या। ਇਹ ਮੂਰਤ ਤੇਰੀ ਤੇ ਤਿੰਨ ਹੋਰ ਸਲਤਨਤਾਂ ਨੂੰ ਜ਼ਾਹਿਰ ਕਰਦੀ ਹੈ ਜਿਹੜੀਆਂ ਬਾਅਦ ਵਿੱਚ ਆਵਣਗੀਆਂ। ਇਹ ਸੱਚ ਹੈ, ਮੈਂ ਕਿਸੇ ਨੂੰ ਵੀ ਇਹ ਨਹੀਂ ਦੱਸਿਆ ਸੀ। ਤੇਰਾ ਖੁਦਾ ਹੀ ਵਾਹਿਦ ਖੁਦਾ ਹੈ। ਤੂੰ ਹੀ ਸੋਨੇ ਦਾ ਇਹ ਸਿਰਾ ਹੈ, ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ। ਇਸ ਤੋਂ ਪਹਿਲਾਂ ਕਿ ਤੂੰ ਯਹੂਦਾ ਨੂੰ ਫਤਹ ਕਰਦਾ, ਸਾਡੇ ਨਬੀਆਂ ਨੇ ਦੱਸਿਆ ਕਿ ਖੁਦਾਵੰਦ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਦੇਵੇਗਾ ਤੇ ਫਿਰ ਸਲਤਨਤ ਤੈਨੂੰ ਦਿੱਤੀ ਗਈ। ਹੁਣ ਤੇਰਾ ਦੌਰ ਬਹੁਤ ਸ਼ਾਨਦਾਰ ਹੋਵੇਗਾ। ਚਾਂਦੀ ਦੀ ਛਾਤੀ ਇੱਕ ਹੋਰ ਸਲਤਨਤ ਨੂੰ ਜ਼ਾਹਿਰ ਕਰਦੀ ਹੈ ਜਿਹੜੀ ਮਾਦੀਆਂ ਤੇ ਫਾਰਸੀਆਂ ਦੀ ਹੈ। ਜਦੋਂ ਤੂੰ ਮਰ ਜਾਵੇਂਗਾ ਉਹਦੇ ਬਾਅਦ ਇਹ ਬਾਲ ਨੂੰ ਫਤਹ ਕਰਨਗੇ ਤੇ ਪੂਰੀ ਦੁਨੀਆ ਤੇ ਹਕੂਮਤ ਕਰਨਗੇ ਜਿਵੇਂ ਤੂੰ ਕੀਤੀ ਹੈ। ਐ ਬਾਦਸ਼ਾਹ, ਸੋਨੇ ਦੇ ਸਿਰੇ ਤੇ ਚਾਂਦੀ ਦੀ ਛਾਤੀ ਦੇ ਬਾਅਦ ਤੂੰ ਤਾਂਬੇ ਦਾ ਪੇਟ ਵੇਖਿਆ। ਇਹ ਤਾਂਬਾ ਤੀਜੀ ਸਲਤਨਤ ਨੂੰ ਜ਼ਾਹਿਰ ਕਰਦਾ ਹੈ ਜਿਹੜੀ ਯੂਨਾਨੀਆਂ ਦੀ ਹੈ। ਇਹ ਫਾਰਸ ਦੇ ਬਾਅਦ ਆਵੇਗੀ। ਇਹ ਢਾਡੀ ਤੇਜ਼ ਤੇ ਭਿਆਨਕ ਹੋਵੇਗੀ। ਚੌਥੀ ਸਲਤਨਤ ਬਾਕੀਆਂ ਤੋਂ ਵੱਖਰੀ ਨਿਕਲੇਗੀ। ਇਹਦੀਆਂ ਲੱਤਾਂ ਲੋਹੇ ਦੀਆਂ ਹੋਣਗੀਆਂ ਤੇ ਬੜੀਆਂ ਕੌਮਾਂ ਨੂੰ ਕੁਚਲੇ ਤੇ ਟੋਟੇ-ਟੋਟੇ ਕਰੇਗੀ। ਪਰ ਤੂੰ ਵੇਖਿਆ ਕਿ ਲੋਹੇ ਦੇ ਵਿੱਚ ਮਿੱਟੀ ਮਿਲੀ ਹੋਈ ਸੀ। ਆਖਰੀ ਦਿਨਾਂ ਵਿੱਚ ਇਹ ਸਲਤਨਤ 10 ਹਿੱਸਿਆਂ ਵਿੱਚ ਤਕਸੀਮ ਹੋ ਜਾਵੇਗੀ ਤੇ ਕਮਜ਼ੋਰ ਹੋ ਜਾਵੇਗੀ। ਐ ਬਾਦਸ਼ਾਹ, ਫਿਰ ਤੂੰ ਇੱਕ ਪੱਥਰ ਵੇਖਿਆ ਜਿਹੜਾ ਪਹਾੜ ਤੋਂ ਕੱਟਿਆ ਗਿਆ ਸੀ, ਪਰ ਉਹ ਇਨਸਾਨ ਦੇ ਹੱਥਾਂ ਤੋਂ ਨਹੀਂ ਕੱਟਿਆ ਗਿਆ ਸੀ, ਸਗੋਂ ਉਹ ਪਹਾੜਾਂ ਤੋਂ ਥੱਲੇ ਲੁੜਕਿਆ ਤੇ ਮੂਰਤ ਦੇ ਪੱਥਰਾਂ ਵਿੱਚ ਆ ਕੇ ਲੱਗਿਆ ਤੇ ਸਾਰੀਆਂ ਸਲਤਨਤਾਂ ਨੂੰ ਇੱਕ ਲਮਹੇ ਵਿੱਚ ਤਬਾਹ ਕਰ ਦਿੱਤਾ। ਉਹ ਪੱਥਰ ਖੁਦਾ ਤੇ ਪੱਥਰ ਨੂੰ ਜ਼ਾਹਿਰ ਕਰਦਾ ਹੈ ਜਿਹੜਾ ਜ਼ਮੀਨ ਤੇ ਆਵੇਗਾ ਤੇ ਇੱਕ ਪੁਰਜਲਾਲ ਬਾਦਸ਼ਾਹਤ ਕਾਇਮ ਕਰੇਗਾ। ਅਖੀਰ ਵੇਲੇ ਤੇ ਕੁੱਲ ਮੁਰਦੇ ਅਦਾਲਤ ਦੇ ਉੱਠ ਖੜਨ ਹੋਵਣਗੇ। ਜਿਨ੍ਹਾਂ ਨੇ ਬੁਰੇ ਕੰਮ ਕੀਤੇ ਸ਼ਰਮਿੰਦਾ ਤੇ ਹਮੇਸ਼ਾ ਲਈ ਜ਼ਲੀਲ ਹੋਵਣਗੇ। ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਹਮੇਸ਼ਾ ਦੀ ਜ਼ਿੰਦਗੀ ਪਾਣਗੇ। ਬੇਸ਼ੱਕ ਤੂੰ ਜੋ ਕੁਝ ਵੀ ਕਹਿ ਰਿਹਾ ਹੈ ਉਹ ਖੁਦਾ ਵੱਲੋਂ ਹੈ। ਮੇਰੇ ख्वाब ਦੀ ਹਰ ਤਫਸੀਲ ਭਲਾ ਕੋਈ ਇੰਨੀ ਚੰਗੀ ਤਰ੍ਹਾਂ ਕੌਣ ਕਰ ਸਕਦਾ ਹੈ? ਮੈਂ ਤੈਨੂੰ ਸਾਰੇ ਅਕਲਮੰਦ ਆਦਮੀਆਂ ਤੇ ਹੁਕਮਰਾਨ ਬਣਾਵਾਂਗਾ। ਦਾਨੀਅਲ 68 ਵਰਿਆਂ ਤੀਕਰ ਬਾਬਲ 'ਚ ਰਿਹਾ। ਉਹਨੇ ਬੜੇ ਖਾਬਾਂ ਦੀਆਂ ਤਾਬੀਰਾਂ ਬਿਆਨ ਕੀਤੀਆਂ ਤੇ ਬੜੀ ਦਫਾ ਮੁਸਤਕਬਲ ਬਾਰੇ ਪੇਸ਼ਨਗੋਈਆਂ ਕੀਤੀਆਂ। ਉਸ ਦੌਰਾਨ ਨਬੂਕਦਨਜ਼ਰ ਬਾਦਸ਼ਾਹ ਮਰ ਗਿਆ ਤੇ ਉਹਦੇ ਪੁੱਤਰ ਬੈਲਤਸ਼ਜ਼ਰ ਨੇ ਉਹਦੀ ਥਾਂ ਲਈ। ਇੱਕ ਰਾਤ ਜਦੋਂ ਬੈਲਤਸ਼ਜ਼ਰ ਸ਼ਰਾਬ ਦੀ ਦਾਵਤ ਵਿੱਚ ਬੈਠਾ ਸੀ, ਇੱਕ ਲੁਕਵਾਂ ਹੱਥ ਜ਼ਾਹਿਰ ਹੋਇਆ ਤੇ ਉਹਨੇ ਕੰਨ ਤੇ ਲਿਖਿਆ। ਦਾਨੀਅਲ ਨੂੰ ਇਸ ਦੀ ਤਾਬੀਰ ਲਈ ਬੁਲਾਇਆ ਗਿਆ। ਖੁਦਾਵੰਦ ਨੇ ਉਹਨੂੰ ਇਹ ਨਾਮਾਲੂਮ ਜ਼ੁਬਾਨ ਵੀ ਸਮਝਾ ਦਿੱਤੀ। ਐ ਬਾਦਸ਼ਾਹ, ਤੂੰ ਖੁਦਾਵੰਦ ਦਾ ਗੁਨਾਹ ਕੀਤਾ ਹੈ। ਜਿਵੇਂ ਨਬੀਆਂ ਨੇ ਪੇਸ਼ਨਗੋਈਆਂ ਕੀਤੀਆਂ ਨੇ, ਅੱਜ ਰਾਤ ਤੇਰੀ ਸਲਤਨਤ ਤੇਰੇ ਕੋਲੋਂ ਲੈ ਲਈ ਜਾਵੇਗੀ ਤੇ ਮਾਦੀਆਂ ਤੇ ਫਾਰਸੀਆਂ ਨੂੰ ਦੇ ਦਿੱਤੀ ਜਾਵੇਗੀ। ਨਬੀਆਂ ਨੇ ਪੇਸ਼ਨਗੋਈਆਂ ਕੀਤੀਆਂ ਸਨ ਕਿ ਇਹ ਦੁਸ਼ਮਣ ਦੂਰ ਦਰਾੜੇ ਜਿਨ੍ਹਾਂ ਵਿੱਚੋਂ ਸ਼ਹਿਰ ਵਿੱਚ ਪਾਣੀ ਦਾਖਲ ਹੁੰਦਾ ਹੈ ਤੋਂ ਰਾਜ਼ਦਾਰੀ ਨਾਲ ਦਾਖਲ ਹੋ ਕੇ ਬਾਬਲ ਨੂੰ ਫਤਹ ਕਰੇਗਾ। ਬਾਬਲੀ ਇਹ ਸੱਤ ਨਸ਼ੇ ਵਿੱਚ ਤੁੱਤ ਹੋਣਗੇ ਕਿ ਉਹਨਾਂ ਨੂੰ ਪਤਾ ਵੀ ਨਾ ਲੱਗੇਗਾ। ਤਾਰੀਖ ਦੱਸਦੀ ਏ ਕਿ ਬਾਬਲ ਦਾ ਜ਼ਵਾਲ ਬਿਲਕੁਲ ਇਸ ਤਰੀਕੇ ਨਾਲ ਹੋਇਆ। ਜਦੋਂ ਮਾਦੀਆਂ ਤੇ ਫਾਰਸੀਆਂ ਨੇ ਬਾਬਲ ਨੂੰ ਫਤਹ ਕਰ ਲਿਆ, ਉਹਦੇ ਬਾਅਦ ਦਾਨੀਅਲ ਨੂੰ ਇੱਕ ਪੁਰਾਣੀ ਕਿਤਾਬ ਮਿਲੀ ਜਿਹੜੀ ਯਰਮੀਆ ਨਬੀ ਨੇ ਲਿਖੀ ਸੀ। ਇਹ ਬਾਈਬਲ ਦੀਆਂ ਕਿਤਾਬਾਂ ਵਿੱਚੋਂ ਇੱਕ ਏ। ਜਦੋਂ ਉਹ ਕਿਤਾਬ ਪੜ੍ਹ ਰਿਹਾ ਸੀ, ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਖੁਦਾ ਨੇ ਪਹਿਲਾਂ ਹੀ ਪੇਸ਼ਨਗੋਈ ਕਰ ਦਿੱਤੀ ਸੀ ਕਿ ਬਾਬਲ ਦੀ ਅਸੀਰੀ ਸਿਰਫ 70 ਵਰਿਆਂ ਤੀਕਰ ਰਹੇਗੀ। ਇੱਕ ਬਕੀਆ ਬਾਅਦ ਵਿੱਚ ਯਰੂਸ਼ਲਮ ਨੂੰ ਪਰਦੇਗਾ ਤੇ ਹੈਕਲ ਦੀਆਂ ਕੰਧਾਂ ਨੂੰ ਫਿਰ ਤਾਮੀਰ ਕਰੇਗਾ। ਜਿਵੇਂ ਜਿਵੇਂ ਉਹ ਅੱਗੇ ਪੜ੍ਹਦਾ ਗਿਆ, ਉਹਨੂੰ ਪਤਾ ਚੱਲਿਆ ਕਿ 200 ਵਰਿਆਂ ਪਹਿਲੇ ਯਸਾਇਆ ਨਬੀ ਨੇ ਵਾਕਿਆ ਹੀ ਉਸ ਫਾਰਸੀ ਬਾਦਸ਼ਾਹ ਦਾ ਨਾਮ ਦੱਸਿਆ ਸੀ ਜਿਹੜਾ ਉਹਨਾਂ ਨੂੰ ਵਾਪਸੀ ਦਾ ਹੁਕਮ ਦੇਵੇਗਾ। ਹੁਣ ਘੱਟੋ ਘੱਟ 69 ਵਰੇ ਲੰਘ ਗਏ ਨੇ। ਬਸ ਇੱਕ ਹੋਰ ਸਾਲ ਬਾਕੀ ਹੈ। ਇਹ ਕਿਤਾਬ ਆਖਦੀ ਹੈ ਕਿ ਖੋਰਸ ਖੁਦਾ ਦਾ ਖਾਦਿਮ ਹੈ ਜਿਹੜਾ ਖੁਦਾ ਦੀ ਮਰਜ਼ੀ ਪੂਰੀ ਕਰੇਗਾ। ਉਹ ਹੁਕਮ ਦੇਵੇਗਾ ਕਿ ਅਸੀਂ ਆਪਣੇ ਮੁਲਕ ਨੂੰ ਵਾਪਸ ਜਾਈਏ। ਐ ਸਾਡੇ ਖੁਦਾਵੰਦ ਖੁਦਾ, ਕਾਇਨਾਤ ਦੇ ਬਾਦਸ਼ਾਹ, ਤੇਰਾ ਨਾਮ ਮੁਬਾਰਕ ਹੈ। ਖੋਰਸ ਨੇ ਯਹੂਦੀਆਂ ਨੂੰ ਉਹਨਾਂ ਦੀ ਅਸੀਰੀ ਦੇ 70 ਵਰਿਆਂ ਬਾਅਦ ਆਜ਼ਾਦ ਕਰ ਦਿੱਤਾ
ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਕਲਾਮੇ ਮੁਕੱਦਸ ਵਿੱਚ ਪੇਸ਼ਨਗੋਈ ਹੋਈ ਸੀ ਤੇ 52,000 ਲੋਕੀ ਸ਼ਹਿਰ ਨੂੰ ਤਾਮੀਰ ਕਰਨ ਲਈ ਮੁੜ ਕੇ ਵਾਪਸ ਆਏ। ਜਿਵੇਂ ਖੁਦਾ ਨੇ ਅਬਰਾਹਮ ਨਾਲ ਵਾਅਦਾ ਕੀਤਾ ਸੀ, ਉਹਨੇ ਇਹ ਜ਼ਮੀਨ ਹਮੇਸ਼ਾ ਦੀ ਮਿਰਾਸ ਲਈ ਸਾਨੂੰ ਦੇ ਦਿੱਤੀ ਹੈ। ਉਹਨੇ ਸਾਡੇ ਬਜ਼ੁਰਗਾਂ ਨੂੰ ਖਬਰਦਾਰ ਕੀਤਾ ਸੀ ਕਿ ਜੇ ਅਸੀਂ ਗੈਰ ਮਬੂਦਾਂ ਦੀ ਇਬਾਦਤ ਕਰਾਂਗੇ ਤੇ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥ ਵਿੱਚ ਦੇਵੇਗਾ। ਪਰ ਉਹਨੇ ਅਹਿਦ ਕੀਤਾ ਹੈ ਕਿ ਉਹ ਆਪਣੇ ਲੋਕਾਂ ਨੂੰ ਕਦੇ ਵੀ ਨਾ ਭੁੱਲੇਗਾ। ਖੁਦਾ ਨੇ ਆਪਣਾ ਵਾਅਦਾ ਕਾਇਮ ਰੱਖਿਆ। ਹੁਣ ਜਦੋਂ ਕਿ ਅਸੀਂ ਪਰਤ ਆਏ ਹਾਂ, ਸਾਨੂੰ ਜ਼ਰੂਰ ਉਹਦੀ ਫਰਮਾਬਰਦਾਰੀ ਕਰਨੀ ਚਾਹੀਦੀ ਹੈ। ਸਾਨੂੰ ਇਕੱਠਿਆਂ ਹੋਣਾ ਚਾਹੀਦਾ ਹੈ। ਅਸੀਂ ਸਭ ਤੋਂ ਪਹਿਲਾਂ ਦੀਵਾਰਾਂ ਤਮੀਰ ਕਰਾਂਗੇ ਤੇ ਉਹਦੇ ਬਾਅਦ ਅਸੀਂ ਹੈਕਲ ਦੀ ਤਮੀਰ ਸ਼ੁਰੂ ਕਰਾਂਗੇ। ਐ ਖੁਦਾਵੰਦ ਅਬਰਾਹਮ ਦੇ ਖੁਦਾ, ਜਿਵੇਂ ਤੂੰ ਵਾਅਦਾ ਕੀਤਾ ਸੀ, ਤੂੰ ਸਾਨੂੰ ਵਾਪਸ ਲੈ ਆਇਆ ਹੈ। ਸਾਨੂੰ ਆਪਣੇ ਰਸਤਿਆਂ ਤੇ ਤੁਰਨਾ ਸਿਖਾ। ਮੈਂ ਤਾਜ਼ਾ ਪਾਣੀ ਲੈ ਕੇ ਆਇਆ ਹਾਂ, ਚਲੋ ਆਪਣੇ ਕੰਮ ਸ਼ੁਰੂ ਕਰੀਏ। ਦਾਨੀਏਲ ਬਹੁਤ ਬੁੱਢਾ ਹੋ ਗਿਆ ਸੀ, ਇਸ ਲਈ ਉਹ ਬਾਕੀਆਂ ਦੇ ਨਾਲ ਵਾਪਸ ਨਾ ਆਇਆ। ਉਹ ਹੁਣ ਤੀਕ ਇੱਕ ਅਹਿਮ ਕਿਰਦਾਰ ਅਦਾ ਕਰ ਰਿਹਾ ਸੀ, ਕਿਉਂਕਿ ਉਹ ਮਾਦੀ ਤੇ ਫਾਰਸੀ ਸਲਤਨਤ ਦੇ ਬਾਦਸ਼ਾਹਾਂ ਨੂੰ ਮਸ਼ਵਰੇ ਦਿੰਦਾ ਸੀ। ਇਹ ਸਲਤਨਤਾਂ ਬਾਬਲ ਦੇ ਸ਼ਹਿਰ ਵਿੱਚ ਕਾਇਮ ਸਨ। ਖੁਦਾਵੰਦ ਨੇ ਉਹਨੂੰ ਮੁਸਤਕਬਿਲ, ਹਾਲਾਂਕਿ ਅਖੀਰ ਦੇ ਦਿਨਾਂ ਦੇ ਬਾਰੇ ਵਿੱਚ ਕੁਝ ਹੋਰ ਰੋਇਆ ਦਿੱਤੀਆਂ। ਇੱਕ ਖਾਬ ਵਿੱਚ ਉਹਨੇ ਲੋਹੇ ਦਾ ਹੈਵਾਨ ਵੇਖਿਆ ਤੇ ਇੱਕ ਫਰਿਸ਼ਤੇ ਨੇ ਉਹਨੂੰ ਇਹਦਾ ਮਤਲਬ ਦੱਸਿਆ। ਖੁਦਾਵੰਦ ਤੈਨੂੰ ਵਿਖਾ ਰਿਹਾ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਹੋਏਗਾ। ਉਹਨੇ ਨਬੂਕਦਨਜ਼ਰ ਤੇ ਜ਼ਾਹਰ ਕੀਤਾ ਕਿ 4 ਸਲਤਨਤਾਂ ਕਾਇਮ ਹੋਣਗੀਆਂ। ਹੁਣ ਤੱਕ ਸਿਰਫ 2 ਨੇ। ਮਾਦੀ ਫਾਰਸੀ ਸਲਤਨਤ ਦੇ ਬਾਅਦ ਯੂਨਾਨੀ ਸਲਤਨਤ ਆਏਗੀ। ਉਹ ਤੇਜ਼ੀ ਨਾਲ ਫਤਿਹ ਕਰੇਗੀ, ਪਰ ਜਲਦ ਹੀ ਉਹਨੂੰ ਜ਼ਵਾਲ ਆ ਜਾਏਗਾ। ਉਹ 4 ਸਲਤਨਤਾਂ ਵਿੱਚ ਵੰਡੀ ਜਾਏਗੀ ਤੇ ਇਹ ਸਾਰੀਆਂ ਇੱਕ ਦੂਜੇ ਨਾਲ ਲੜਨਗੀਆਂ ਤੇ ਆਖਰਕਾਰ ਸਿਰਫ 2 ਰਹਿ ਜਾਣਗੀਆਂ। ਇਹ ਕਈ ਵਰਿਆਂ ਵਕਫੇ ਨਾਲ ਇੱਕ ਦੂਜੇ ਨਾਲ ਲੜਨਗੀਆਂ। ਆਖਰਕਾਰ ਇੱਕ ਚੌਥੀ ਸਲਤਨਤ ਇਹਨਾਂ ਨੂੰ ਫਤਿਹ ਕਰੇਗੀ ਤੇ ਪਿੱਤਲ ਦਾ ਇਹ ਹੈਵਾਨ ਇਹ ਗੱਲ ਜ਼ਾਹਰ ਕਰਦਾ ਹੈ। ਚੌਥੀ ਸਲਤਨਤ ਲੋਹੇ ਦੀ ਤਰ੍ਹਾਂ ਹੋਏਗੀ। ਪਹਿਲੀਆਂ ਸਾਰੀਆਂ ਸਲਤਨਤਾਂ ਤੋਂ ਬਹੁਤ ਤਾਕਤਵਰ ਤੇ ਖਤਰਨਾਕ। ਉਹ ਸਭ ਕੁਝ ਫਤਿਹ ਕਰੇਗੀ, ਪਰ ਅਖੀਰਲੇ ਦਿਨਾਂ ਵਿੱਚ ਇਹ ਸਲਤਨਤ 10 ਕੌਮਾਂ ਵਿੱਚ ਤਕਸੀਮ ਹੋ ਜਾਏਗੀ। ਫਿਰ ਇੱਕ ਆਦਮੀ ਅਮਨ ਦੀਆਂ ਗੱਲਾਂ ਕਰਦਾ ਹੋਇਆ ਬਰਪਾ ਹੋਏਗਾ। ਇਹ ਆਖਰੀ ਸਿੰਘ ਹੈ ਜਿਹੜਾ ਹੈਵਾਨ ਦੇ ਸਿਰੋਂ ਉੱਗਿਆ ਹੈ। ਅਖੀਰਲੇ ਦਿਨਾਂ ਵਿੱਚ ਉਹ ਖੁਸ਼ਾਮਦ ਤੇ ਅਮਨ ਦਾ ਵਾਅਦਾ ਕਰੇਗਾ ਤਾਂ ਜੇ ਫਤਹ ਤੇ ਤਬਾਹੀ ਕਰ ਸਕੇ। ਇਹਦੇ ਬਾਅਦ ਉਹ ਯਹੂਦੀ ਹੈਕਲ ਦੇ ਮੁਕੱਦਸ ਮੁਕਾਮ ਵਿੱਚ ਉਜਾੜਨ ਵਾਲੀ ਮਕਰੂਹ ਸ਼ੈ ਨੂੰ ਖੜਾ ਕਰੇਗਾ। ਰਸਮਾਂ ਨਾਲ ਇਹਨੂੰ ਨਾਪਾਕ ਕਰੇਗਾ ਤਾਂ ਜੋ ਕੁਰਬਾਨੀਆਂ ਦਾ ਸਿਲਸਿਲਾ ਰੁਕ ਜਾਵੇ। ਤਦ ਪੂਰੀ ਜ਼ਮੀਨ ਤੇ ਵੱਡੀ ਮੁਸੀਬਤ ਦਾ ਸਮਾਂ ਹੋਏਗਾ, ਪਰ ਰਾਸਤਬਾਜ਼ ਰਹਾਈ ਪਾਵਣਗੇ। ਦਾਨੀਏਲ, ਖੁਦਾ ਚਾਹੁੰਦਾ ਹੈ ਕਿ ਤੈਨੂੰ ਇਹ ਗੱਲ ਪਤਾ ਹੋਵੇ ਕਿ ਕਦੋਂ ਤੇ ਕੀ ਹੋਣ ਵਾਲਾ ਹੈ। ਹੈਕਲ ਦੀ ਬਹਾਲੀ ਤੇ ਨਵੇਂ ਸਿਰੋਂ ਤਾਮੀਰ ਦੇ ਹੁਕਮ ਨੂੰ 483 ਵਰੇ ਲੰਘ ਜਾਵਣਗੇ, ਜਿਸ ਮਗਰੋਂ ਮਸੀਹ ਆਪਣੇ ਲੋਕਾਂ ਦੇ ਗੁਨਾਹਾਂ ਦੇ ਫਿਦੀਏ ਲਈ ਕਤਲ ਕੀਤਾ ਜਾਵੇਗਾ ਤੇ ਇਹਦੇ ਬਾਅਦ ਹੈਕਲ ਇੱਕ ਵਾਰੀ ਫੇਰ ਤਬਾਹ ਹੋ ਜਾਏਗੀ। ਇਹ ਪੇਸ਼ਨਗੋਈ ਪੂਰੀ ਹੋਏਗੀ ਤੇ ਮਸੀਹ ਮਸਾ ਕੀਤਾ ਜਾਏਗਾ। ਗੁਨਾਹਾਂ ਨੂੰ ਮਿਟਾ ਕੇ ਸੁਲ੍ਹਾ ਕੀਤੀ ਜਾਏਗੀ ਤੇ ਇਨਸਾਨ ਨੂੰ ਅਬਦੀ ਰਾਸਤਬਾਜ਼ੀ ਬਖਸ਼ੀ ਜਾਏਗੀ। ਦਾਨੀਏਲ ਦੇ ਬਿਆਨ ਦੇ ਮੁਤਾਬਕ ਮਸੀਹ ਬਿਲਕੁਲ ਉਸ ਦਿਹਾੜੇ ਯਰੂਸ਼ਲਮ ਵਿੱਚ ਫਾਤਿਹਾਨਾ ਅੰਦਾਜ਼ ਨਾਲ ਦਾਖਲ ਹੋਇਆ ਜਦੋਂ 483 ਵਰੇ ਮੁਕੰਮਲ ਹੋਏ। ਖੁਦਾ ਨੇ ਆਦਮ ਤੇ ਹਵਾ ਨੂੰ ਦੱਸਿਆ ਸੀ ਕਿ ਔਰਤ ਦੀ ਨਸਲ ਵਿੱਚੋਂ ਇੱਕ ਸ਼ਖਸ ਆਏਗਾ ਤੇ ਅਬਲੀਸ ਦਾ ਖਾਤਮਾ ਕਰੇਗਾ। ਉਸ ਨੇ ਨੂਹ ਨੂੰ ਦੱਸਿਆ ਸੀ ਕਿ ਮਸੀਹ ਸਮ ਦੇ ਖਾਨਦਾਨ ਚੋਂ ਆਏਗਾ, ਨਾ ਕਿ ਯਾਫਤ ਤੇ ਹਾਮ ਦੇ ਵਿੱਚੋਂ ਹੋਏਗਾ। ਖੁਦਾਵੰਦ ਨੇ ਅਬਰਾਹਮ ਨੂੰ ਦੱਸਿਆ ਸੀ ਕਿ ਨਜਾਤ ਦਹੰਦਾ ਉਸ ਦੇ ਪੁੱਤਰ ਇਸਹਾਕ ਦੀ ਨਸਲ ਚੋਂ ਹੋਏਗਾ। ਖੁਦਾ ਨੇ ਇਸਹਾਕ ਨੂੰ ਦੱਸਿਆ ਸੀ ਕਿ ਅਹਿਦ ਦਾ ਫਰਜ਼ੰਦ ਉਸ ਦੇ ਪੁੱਤਰ ਯਾਕੂਬ ਚੋਂ ਹੋਏਗਾ ਅਤੇ ਉਸ ਨੇ ਯਾਕੂਬ ਨੂੰ ਦੱਸਿਆ ਸੀ ਕਿ ਮਸੀਹ ਯਹੂਦਾ ਚੋਂ ਆਏਗਾ। ਖੁਦਾ ਨੇ ਕਈ ਨਬੀਆਂ ਨੂੰ ਅਹਿਦ ਦੇ ਨਜਾਤ ਦਿਵਾਉਣ ਵਾਲੇ ਦੀ ਜ਼ਿੰਦਗੀ ਦੇ ਬਾਰੇ ਵਿੱਚ ਬੜੀਆਂ ਖਾਸ ਪੇਸ਼ਨਗੋਈਆਂ ਕੀਤੀਆਂ। ਇਹਨਾਂ ਨੇ ਆਖਿਆ ਕਿ ਉਹਦੀ ਖਾਸ ਹਜ਼ੂਰੀ ਹਮੇਸ਼ਾ ਤੀਕਰ ਹੋਏਗੀ। ਉਹ ਯਹੂਦਾ ਦੇ ਸ਼ਹਿਰ ਬੈਤਲਹਮ ਵਿੱਚ ਇੱਕ ਕੰਵਾਰੀ ਤੋਂ ਪੈਦਾ ਹੋਏਗਾ। ਉਹ ਹਲੀਮ ਤੇ ਫਰੋਤਨ ਹੋਏਗਾ ਤੇ ਗਧੇ ਤੇ ਸਵਾਰ ਹੋਏਗਾ। ਖੁਦਾਵੰਦ ਆਪਣੀ ਰੂਹ ਉੱਤੇ ਉੰਡੇਲੇਗਾ ਤੇ ਉਹ ਗੈਰ ਕੌਮਾਂ ਦੀ ਅਦਾਲਤ ਕਰੇਗਾ। ਉਹ ਗੈਰ ਕੌਮਾਂ ਲਈ ਰੌਸ਼ਨੀ ਹੋਏਗਾ ਤੇ ਜ਼ਮੀਨ ਦੀਆਂ ਸਭ ਕੌਮਾਂ ਲਈ ਨਜਾਤ ਦਾ ਸਬਬ ਹੋਏਗਾ। ਤੇ ਰਾਂਝਾਸ਼ਨਾ ਮਸੀਹਾ ਹੋਏਗਾ ਤੇ ਆਪਣੇ ਲੋਕਾਂ ਤੋਂ ਰੱਦ ਕੀਤਾ ਜਾਏਗਾ ਤੇ ਜਦੋਂ ਉਹ ਮਰੇਗਾ ਉਹਦੇ ਹੱਥ ਤੇ ਪੈਰ
ਚੀਰ ਦਿੱਤੇ ਜਾਵਣਗੇ। ਉਸ ਨੂੰ ਸੂਲੀ ਤੇ ਲਟਕਾਇਆ ਜਾਵੇਗਾ ਅਤੇ ਉਹ ਪਾਣੀ ਦਾ ਦਰਿਆ ਹੋਏਗਾ, ਜਦਕਿ ਉਸ ਨੂੰ ਪਾਣੀ ਦੇ ਥਾਂ ਤੇ ਸਿਰਕਾ ਦਿੱਤਾ ਜਾਵੇਗਾ। ਉਹ ਚੋਰਾਂ ਤੇ ਡਾਕੂਆਂ ਦੇ ਦਰਮਿਆਨ ਮਰੇਗਾ, ਜਦਕਿ ਇੱਕ ਅਮੀਰ ਆਦਮੀ ਦੀ ਕਬਰ ਵਿੱਚ ਦਫਨਾਇਆ ਜਾਏਗਾ। 4 ਸਲਤਨਤਾਂ ਦੇ ਬਾਰੇ ਦਾਨੀਏਲ ਦੀਆਂ ਪੇਸ਼ਨਗੋਈਆਂ ਬਿਲਕੁਲ ਉਸ ਤਰੀਕੇ ਨਾਲ ਪੂਰੀਆਂ ਹੋਈਆਂ ਜਿਵੇਂ ਉਹਨੇ ਦੱਸਿਆ ਸੀ। 330 ਵਰੇ ਮਸੀਹ ਤੋਂ ਪਹਿਲਾਂ ਵਿੱਚ ਸਿਕੰਦਰ ਆਜ਼ਮ, ਜਿਹਦਾ ਤਾਲੁਕ ਯੂਨਾਨ ਤੋਂ ਸੀ, ਨੇ ਇੱਕ ਮੁਹਿੰਮ ਸ਼ੁਰੂ ਕੀਤੀ ਜਿਹੜੀ 7 ਵਰਿਆਂ ਵਿੱਚ ਮੁਕੰਮਲ ਹੋਈ। ਉਸ ਵਿੱਚ ਉਹਨੇ ਅੱਧੀ ਦੁਨੀਆ ਨੂੰ ਫਤਹ ਕੀਤਾ, ਜਿਹਦੇ ਵਿੱਚ ਵੱਡੀ ਮਾਦੀ ਫਾਰਸੀ ਸਲਤਨਤ ਵੀ ਸ਼ਾਮਲ ਸੀ। ਯੂਨਾਨ ਦੀ ਤਾਕਤ 167 ਵਰੇ ਮਸੀਹ ਤੋਂ ਪਹਿਲਾਂ ਤੱਕ ਰਹੀ ਅਤੇ ਇਹਦੇ ਬਾਅਦ ਚੌਥੀ ਸਲਤਨਤ ਰੋਮ ਨੇ ਫਤਹ ਦਾ ਆਗਾਜ਼ ਕੀਤਾ। ਨਬੂਕਦਨਜ਼ਰ ਦੇ ਖਾਬ ਦੇ ਮੁਤਾਬਕ ਰੋਮ ਨੂੰ ਲੋਹੇ ਦੇ ਹੱਥਾਂ ਤੇ ਪੈਰਾਂ ਨਾਲ ਤਸ਼ਬੀਹ ਦਿੱਤੀ ਗਈ ਸੀ ਤੇ ਦਾਨੀਏਲ ਦੀ ਰੋਇਆ ਵਿੱਚ ਉਹਨੂੰ ਪਿੱਤਲ ਦਾ ਹੈਵਾਨ ਆਖਿਆ ਗਿਆ ਸੀ, ਜਿਹੜਾ ਆਪਣੀ ਤਾਕਤ ਦੀ ਹਦੂਦ ਨੂੰ ਵਧਾਵੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਨਬੀਆਂ ਨੇ ਪੇਸ਼ਨਗੋਈਆਂ ਕੀਤੀਆਂ ਸਨ। 5 ਵਰੇ ਮਸੀਹ ਤੋਂ ਪਹਿਲਾਂ ਇਸ ਨੇ ਇਸਰਾਈਲ ਉੱਤੇ ਲੋਹੇ ਦੇ ਹੱਥਾਂ ਹਾਰ ਹਕੂਮਤ ਕੀਤੀ।